ਇੱਕ ਦਿਨ ਆਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭਾਈ ਲਹਿਣਾ ਜੀਆਂ ਦੇ ਨਾਲ ਅੰਗ ਪਰਸ ਕੇ ਅੰਗਦ ਹੋਇਓ। ਭਾਈ ਲਹਿਣਾ ਜੀਆਂ ਦੇ ਨਾਲ ਅੰਗ ਪਰਸ ਕੇ ਆਪਣਾ ਰੂਪ ਬਣਾ ਦਿੱਤਾ। ਅੰਗਦ ਕਿਹਾ, ਆਪਣੀ ਜੋਤ ਗੁਰੂ ਅੰਗਦ ਪਾਤਸ਼ਾਹ ਜੀਆਂ ਦੇ ਅੰਦਰ ਸਮਾਉਣਾ ਕੀਤੀ ਤੇ ਗੁਰੂ ਅੰਗਦ ਪਾਤਸ਼ਾਹ ਜੀਆਂ ਨੂੰ ਕਹਿਣ ਲੱਗੇ ਵੀ ਹੁਣ ਸਾਡਾ ਆਖਰੀ ਸਮਾਂ ਆ ਗਿਆ, ਤੁਸੀਂ ਇੱਥੋਂ ਚਲੇ ਜਾਓ ਆਪਣੇ ਨਗਰ ਖਡੂਰ ਵਿੱਚ। ਜਦੋਂ ਗੁਰੂ ਅੰਗਦ ਪਾਤਸ਼ਾਹ ਜੀਆਂ ਨੇ ਸੁਣਿਆ ਨਾ ਕਿ ਮੇਰੇ ਸਿਰ ਦਾ ਸਾਈਂ ਮੈਨੂੰ ਛੱਡ ਕਰਕੇ ਅੱਜ ਚੱਲਿਆ ਏ, ਗੁਰੂ ਅੰਗਦ ਪਾਤਸ਼ਾਹ ਮਹਾਰਾਜ ਬੜੇ ਵਿਰਾਗ ਦੇ ਵਿੱਚ ਆਏ। ਕਿਉਂਕਿ ਤੇ ਜਦੋਂ ਧੀਆਂ ਨੂੰ ਪਤਾ ਲੱਗਦਾ ਏ ਕਿ ਬਾਬਲ ਅੱਜ ਤੁਰਨ ਲੱਗਾ ਏ ਤੇ ਧੀ ਵਿਰਾਗ ਦੇ ਵਿੱਚ ਆ ਜਾਂਦੀ। ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਵਿਰਾਗ ਦੇ ਵਿੱਚ ਆਏ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਗੁਰੂ ਅੰਗਦ ਜੀ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ, ਹਿਰਦੇ ਦੇ ਵਿੱਚ ਕੋਈ ਵਿਰਾਗ ਨਾ ਲਿਆਉਣਾ ਕਰੋ। ਇਹ ਸਰੀਰ ਜਿਹੜਾ ਹੈ ਇਹ ਬਿਨਸਨਹਾਰ ਹੈ, ਸਰੀਰਾਂ ਦੇ ਨਾਲ ਕਦੇ ਵੀ ਮੋਹ ਨਹੀਂ ਕਰਨਾ, ਸਰੀਰਾਂ ਨਾਲ ਮੋਹ ਨਹੀਂ ਰੱਖਣਾ। ਭਾਈ ਲਹਿਣਾ ਜੀ ਗੁਰੂ ਅੰਗਦ ਪਾਤਸ਼ਾਹ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਨੂੰ ਪਰਸ ਕਰਕੇ ਗਰੀਬੜਾ ਸਾਂ, ਕਿਤੇ ਟਿਕਾਣਾ ਨਹੀਂ ਸੀ ਮਿਲਦਾ, ਲੋਕੀ ਨੇ ਗੁਰਾ ਕਹਿੰਦੇ ਸਨ। ਸੱਚੇ ਪਾਤਸ਼ਾਹ ਤੇਰੇ ਚਰਨਾਂ ਨੂੰ ਪਰਸੇ ਅੱਜ ਬਾਦਸ਼ਾਹੀਆਂ ਦਿੱਤੀਆਂ, ਤੇ ਜੇ ਬਾਦਸ਼ਾਹੀਆਂ ਦੇਣ ਵਾਲਾ ਹੀ ਅੱਜ ਚੱਲਿਆ ਏ ਸੱਚੇ ਪਾਤਸ਼ਾਹ ਵਿਰਾਗ ਤਾਂ ਆਵੇਗਾ। ਜੇ ਧੀ ਨੂੰ ਜਨਮ ਦੇਣ ਵਾਲਾ ਪਿਓ ਹੀ ਚੱਲਿਆ ਏ ਅੱਜ ਧੀ ਨੂੰ ਵਿਰਾਗ ਤਾਂ ਆਵੇਗਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਅੰਗਦ ਜੀ ਅਸੀਂ ਸਦਾ ਹੀ ਤੁਹਾਡੇ ਕੋਲ ਰਵਾਂਗੇ, ਭਾਵੇਂ ਇਸ ਪੰਜ ਭੂਤਕ ਸਰੀਰ ਕਰਕੇ ਨਹੀਂ, ਅੱਜ ਤੋਂ ਸਾਡੀ ਜੋਤ ਤੁਹਾਡੇ ਅੰਦਰ ਸਮਾਈ ਗਈ ਹੈ। ਜਦੋਂ ਵੀ ਯਾਦ ਕਰੋਗੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਖਡੂਰ ਨੂੰ ਚਲੇ ਜਾਂਦੇ ਨੇ। ਪਿੱਛੋਂ ਗੁਰੂ ਨਾਨਕ ਪਾਤਸ਼ਾਹ ਜੀ ਕੁਝ ਕੁ ਸਮਾਂ ਉੱਥੇ ਕਰਤਾਰਪੁਰ ਸਾਹਿਬ ਰਹਿ ਕਰਕੇ ਬਤੀਤ ਕਰਦੇ ਨੇ। ਜਦੋਂ ਸੱਚੇ ਪਾਤਸ਼ਾਹ ਜੀਆਂ ਨੇ ਜਾਣਿਆ ਕਿ ਸਾਡਾ ਆਖਰੀ ਸਮਾਂ ਆਇਆ, ਸਾਰੇ ਹੀ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਕੱਲ ਨੂੰ ਅਸੀਂ ਆਪਣਾ ਸਰੀਰ ਤਿਆਗ ਜਾਣਾ ਹੈ। ਸਾਰੇ ਪਾਸੇ ਜਦੋਂ ਖਬਰ ਫੈਲੀ, ਜਿਹੜੇ ਸਿੱਖ ਕੋਲ ਸਨ ਵਿਰਾਗ ਦੇ ਵਿੱਚ ਆਏ। ਦੂਰਾਂ ਦੂਰ ਤੱਕ ਜਦੋਂ ਖਬਰ ਪਹੁੰਚੀ, ਸਾਰੇ ਹੀ ਸਿੱਖ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਬੜੀ ਕਾਹਲੀ ਨਾਲ ਆਉਂਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਜਾਂਦੇ ਹੋਏ ਸਮੇਂ ਦਰਸ਼ਨ ਕਰ ਲਈਏ। ਫਿਰ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਸਰੀਰ ਕਰਕੇ ਦਿਖਣਾ ਨਹੀਂ, ਬੜੀ ਕਾਹਲੀ ਦੇ ਨਾਲ ਆਉਂਦੇ। ਸਾਰੇ ਸਿੱਖ ਵਿਰਾਗ ਦੇ ਵਿੱਚ ਨੇ, ਸੰਤ ਭਗਤ ਵਿਰਾਗ ਦੇ ਵਿੱਚ ਨੇ ਸਾਰੇ, ਕਿਉਂਕਿ ਵਿਰਾਗ ਦੇ ਵਿੱਚ ਵੀ ਕਿਉਂ ਨਾ ਹੋਣ, ਜਿਹੜੇ ਸੰਤ ਭਗਤ ਨੇ ਗੁਰਮੁਖ ਪਿਆਰੇ ਨੇ, ਉਹਨਾਂ ਦੀ ਬੋਲੀ ਨੂੰ, ਆਵਾਜ਼ ਨੂੰ ਕੋਈ ਦੁਨਿਆਵੀ ਜੀਵ ਨਹੀਂ ਸਮਝ ਸਕੇਗਾ। ਉਹਨਾਂ ਦੇ ਅੰਦਰ ਦੇ ਆਨੰਦ ਨੂੰ, ਉਹਨਾਂ ਦੀ ਅੰਦਰ ਦੀ ਵੇਦਨਾ ਨੂੰ। ਜਿਵੇਂ ਆਪਾਂ ਬੜੀ ਸੋਹਣੀ ਕਹਾਵਤ ਕਹਿੰਦੇ ਆ ਕਿ ਗੂੰਗੇ ਦੀਆਂ ਗੱਲਾਂ ਉਹਦੀ ਮਾਂ ਤੇ ਭੈਣ ਜਾਣੇ, ਇਸੇ ਤਰ੍ਹਾਂ ਜਿਹੜੇ ਭਗਤ ਹਨ ਉਹਨਾਂ ਦੀਆਂ ਰਮਜ਼ਾਂ ਨੂੰ ਉਹ ਸੱਚਾ ਪਾਤਸ਼ਾਹ ਪਰਮਾਤਮਾ ਸਮਝ ਸਕਦਾ ਏ, ਦੁਨਿਆਵੀ ਜੀਵ ਨਹੀਂ ਸਮਝ ਸਕਦੇ ਕਿ ਭਗਤ ਸੰਤ ਵਿਰਾਗ ਦੇ ਵਿੱਚ ਕਿਉਂ ਆਇਆ ਏ, ਇਹਦੀ ਅੱਖਾਂ ਦੇ ਵਿੱਚੋਂ ਅਥਰੂ ਕਿਉਂ ਡਿੱਗ ਰਹੇ ਨੇ। ਕਿਉਂਕਿ ਜਿਵੇਂ ਇੱਕ ਬੜੀ ਸੋਹਣੀ ਕਹਾਵਤ ਆਉਂਦੀ ਹੈ, ਕਹਾਣੀ ਆਉਂਦੀ ਹੈ ਕਿ ਇੱਕ ਗੂੰਗੇ ਨੂੰ ਉਹਦੀ ਮਾਂ ਨੇ ਬੜੇ ਚਾਵਾਂ ਦੇ ਨਾਲ ਪਾਲਿਆ, ਬੜੇ ਲਾਡਾਂ ਨਾਲ। ਮੁਖ ਦੇ ਵਿੱਚੋਂ ਕੁਝ ਬੋਲ ਨਹੀਂ ਸਕਦਾ ਤੇ ਕੋਈ ਵੀ ਉਹਦੀ ਗੱਲ ਨੂੰ ਸਮਝਦਾ ਨਹੀਂ। ਗੂੰਗਾ ਜਦੋਂ ਮੁਖ ਦੇ ਵਿੱਚੋਂ ਬੋਲਦਾ ਏ, ਪਰ ਕੇਵਲ ਉਹਦੀ ਮਾਂ ਸੀ ਗੂੰਗੇ ਦੀ, ਜਿਹੜੀ ਆਪਣੇ ਗੂੰਗੇ ਪੁੱਤ ਦੀਆਂ ਸਾਰੀਆਂ ਰਮਜ਼ਾਂ ਨੂੰ ਜਾਣਦੀ ਸੀ। ਸਮਾਂ ਪਾ ਕੇ ਜਦੋਂ ਉਹਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਤੁਰ ਗਈ, ਇਹ ਗੱਲ ਨੂੰ ਵੇਖ ਕੇ ਬੜਾ ਵਿਰਾਗ ਦੇ ਵਿੱਚ ਆਇਆ।
ਬੜੀ ਉੱਚੀ ਉੱਚੀ ਧਾਹਾਂ ਮਾਰ ਕੇ ਰੋਂਦਾ ਏ। ਸਾਰੇ ਰਿਸ਼ਤੇਦਾਰਾਂ ਨੇ ਬੜੀ ਤਸੱਲੀ ਦਿੱਤੀ, ਧੀਰਜ ਦਿੱਤਾ, ਕੋਈ ਨਾ, ਇਹ ਤਾਂ ਸਰੀਰ ਆਉਣ ਜਾਣ ਬਣਿਆ, ਇੱਕ ਇੱਕ ਦਿਨ ਚਲੇ ਜਾਣਾ ਸੀ। ਭੈਣਾਂ ਵੀ ਆਈਆਂ, ਬੜਾ ਧੀਰਜ ਦਿੱਤਾ ਵੀ ਵੇਖ ਤੇਰੀ ਕੱਲੀ ਦੀ ਥੋੜਾ ਮਾਂ ਸੀ, ਇਹ ਤਾਂ ਸਾਡੀ ਵੀ ਮਾਂ ਸੀ, ਅਸੀਂ ਵੀ ਤਾਂ ਧੀਰਜ ਧਾਰ ਕੇ ਬੈਠੀਆਂ ਹਾਂ। ਪਰ ਫਿਰ ਵੀ ਉਹ ਸ਼ਾਂਤ ਨਹੀਂ ਹੁੰਦਾ, ਧਾਹਾਂ ਮਾਰ ਕੇ ਰੋਈ ਜਾਂਦਾ ਹੈ। ਇਦਾਂ ਕਰਦਿਆਂ ਕਰਦਿਆਂ ਚੌਥੇ ਦਾ ਦਿਨ ਬੀਤਿਆ। ਫਿਰ ਹੌਲੀ ਹੌਲੀ ਕਰਕੇ ਗੁਰੂ ਸਾਹਿਬ ਜੀਆਂ ਦੀ ਬਾਣੀ ਦਾ ਵੀ ਭੋਗ ਪਿਆ। ਫਿਰ ਵੀ ਉੱਚੀ ਉੱਚੀ ਧਾਹਾਂ ਮਾਰ ਕੇ ਰੋਈ ਜਾਵੇ। ਸਾਰੇ ਰਿਸ਼ਤੇਦਾਰਾਂ ਨੇ ਆ ਕੇ ਬੜਾ ਧੀਰਜ ਦਿੱਤਾ। ਭਾਬੀਆਂ ਨੇ ਵੀ ਕਿਹਾ ਵੀ ਕਿਤੇ ਤੂੰ ਇਹ ਤਾਂ ਨਹੀਂ ਸੋਚਦਾ ਕਿ ਮੇਰੀ ਮਾਂ ਚਲੀ ਗਈ ਏ, ਉਸ ਤੋਂ ਬਾਅਦ ਮੈਨੂੰ ਪ੍ਰਸ਼ਾਦਾ ਪਾਣੀ ਕੌਣ ਪੁੱਛੇਗਾ, ਕਿਤੇ ਐਸੀ ਗੱਲ ਤਾਂ ਨਹੀਂ ਮਨ ਚ ਲਿਆਉਂਦਾ। ਪਰ ਫਿਰ ਵੀ ਕਹਿਣ ਲੱਗੀਆਂ ਜੇ ਤੇਰੀ ਮਾਂ ਚਲੀ ਗਈ ਏ, ਅਸੀਂ ਤੈਨੂੰ ਪ੍ਰਸ਼ਾਦਾ ਵੀ ਦੇਵਾਂਗੀਆਂ, ਜੋ ਤੈਨੂੰ ਲੋੜ ਹੋਵੇਗੀ ਵਸਤੂਆਂ ਦੀ ਸਭ ਕੁਝ ਦੇਵਾਂਗੀਆਂ, ਐਸੀ ਗੱਲ ਮਨ ਦੇ ਵਿੱਚ ਨਾ ਲਿਆਈ। ਫਿਰ ਵੀ ਉਹ ਗੂੰਗਾ ਰੋਣੋਂ ਚੁੱਪ ਨਹੀਂ ਕਰਦਾ ਤੇ ਸਾਰੇ ਰਿਸ਼ਤੇਦਾਰਾਂ ਨੇ ਸਲਾਹ ਕਰਕੇ ਉਸ ਗੂੰਗੇ ਦੇ ਹੱਥ ਦੇ ਵਿੱਚ ਇੱਕ ਕਲਮ ਤੇ ਕਾਗਜ਼ ਦਿੱਤਾ। ਜਦੋਂ ਗੂੰਗੇ ਨੇ ਆਪਣੇ ਹੱਥ ਦੇ ਵਿੱਚ ਕਲਮ ਫੜੀ ਤੇ ਉਸ ਸਾਫ਼ ਕਾਗਜ਼ ਦੀ ਹਿੱਕ ਦੇ ਉੱਪਰ ਜਿਹੜੇ ਅੱਖਰ ਲਿਖੇ ਉਹਨੂੰ ਵੇਖ ਕਰਕੇ ਗੂੰਗਾ ਤਾਂ ਆਪ ਚੁੱਪ ਹੋ ਗਿਆ, ਪਰ ਜਿੰਨੇ ਸਾਰੇ ਜਿਹੜੇ ਰਿਸ਼ਤੇਦਾਰ ਬੈਠੇ ਸਨ, ਭੈਣਾਂ ਬੈਠੀਆਂ, ਭਾਬੀਆਂ ਬੈਠੀਆਂ, ਇਹ ਵੇਖ ਕਰਕੇ ਸਾਰੇ ਬੜੇ ਵਿਰਾਗ ਦੇ ਵਿੱਚ ਆ ਗਏ। ਕੀ ਗੱਲ ਲਿਖ ਦਿੱਤੀ ਹੋਵੇਗੀ? ਜਦੋਂ ਇੰਨੀ ਗੱਲ ਨੂੰ ਵੇਖਿਆ ਸਾਰਿਆਂ ਨੇ ਬੜੇ ਵਿਰਾਗ ਵਿੱਚ ਆਏ। ਗੂੰਗੇ ਨੇ ਕੀ ਲਿਖਿਆ ਸੀ ਉਸ ਕਾਗਜ਼ ਦੀ ਹਿੱਕ ਉੱਪਰ? ਕਹਿਣ ਲੱਗਾ ਵੀ ਤੁਸੀਂ ਕਹਿੰਦੇ ਹੋ ਮੈਨੂੰ ਖਾਣ ਨੂੰ ਵੀ ਦੇ ਦੇਵੋਗੇ, ਮੈਨੂੰ ਸਾਰੀਆਂ ਵਸਤੂਆਂ ਦੇ ਦੇਵੋਗੇ, ਪਰ ਜਦੋਂ ਮੈਂ ਨਿੱਕਾ ਸਾਂ ਦੁਨੀਆ ਦੇ ਲੋਕ ਮੈਨੂੰ ਗੂੰਗਾ ਕਹਿ ਕੇ ਛੇੜਦੇ ਸਨ, ਮੇਰੀ ਗੱਲ ਨੂੰ ਸਮਝਦੇ ਨਹੀਂ ਸਨ। ਕੇਵਲ ਮੇਰੀ ਮਾਂ ਸੀ ਜਿਹੜੀ ਮੇਰੀਆਂ ਰਮਜ਼ਾਂ ਨੂੰ ਜਾਣਦੀ ਸੀ, ਮੇਰੀਆਂ ਗੱਲਾਂ ਨੂੰ ਜਾਣਦੀ ਸੀ। ਤੁਸੀਂ ਕਹਿੰਦੇ ਹੋ ਮੈਨੂੰ ਵਸਤੂਆਂ ਦੇ ਦੇਵੋਗੇ, ਪਰ ਜਿਵੇਂ ਮੇਰੀ ਮਾਂ ਮੇਰੇ ਅੰਦਰ ਦੀ ਵੇਦਨਾ ਜਾਣਦੀ ਸੀ, ਤੁਹਾਡੇ 'ਚੋਂ ਕੋਈ ਹੱਥ ਖੜਾ ਕਰਕੇ ਕਵੇ ਕਿ ਤੇਰੇ ਅੰਦਰ ਦੀਆਂ ਸਾਰੀਆਂ ਵੇਦਨਾ, ਤੇਰੀਆਂ ਇੱਛਾ ਅਸੀਂ ਪੂਰੀਆਂ ਕਰਾਂਗੀਆਂ, ਜਾਣ ਲਵਾਂਗੇ। ਗੂੰਗਾ ਕਹਿਣ ਲੱਗਾ ਨਹੀਂ, ਮਾਂ ਵਾਲਾ ਹੱਕ ਕੋਈ ਹੋਰ ਦੁਨੀਆ ਦੇ ਉੱਪਰ ਜਤਾ ਨਹੀਂ ਸਕਦਾ। ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਕਿਹਾ, ਸਿੱਖੋ ਹੁਣ ਸਾਡੇ ਜਾਣ ਦਾ ਸਮਾਂ ਆਇਆ। ਸਿੱਖ ਵਿਰਾਗ ਦੇ ਵਿੱਚ ਆਏ। ਸੱਚੇ ਪਾਤਸ਼ਾਹ ਗਰੀਬਾਂ ਨੂੰ ਨਵਾਜਿਆ ਏ, ਸਾਨੂੰ ਕੋਈ ਦੁਨੀਆ ਦੇ ਵਿੱਚ ਜਾਣਦਾ ਨਹੀਂ ਸੀ ਪਾਤਸ਼ਾਹ, ਸਾਡੀ ਕੋਈ ਆਵਾਜ਼ ਨਹੀਂ ਸੀ ਸੁਣਦਾ, ਤੁਸੀਂ ਸਾਡੀ ਆਵਾਜ਼ ਨੂੰ ਸੁਣਿਆ। ਸੱਚੇ ਪਾਤਸ਼ਾਹ ਦੁਨਿਆਵੀ ਸੁੱਖ ਦਿੱਤੇ ਨੇ, ਹੋਰ ਰੂਹਾਨੀ ਸੁੱਖ ਦਿੱਤੇ ਨੇ। ਸੱਚੇ ਪਾਤਸ਼ਾਹ ਜੀ ਚੱਲੇ ਹੋ, ਸਾਡੇ ਕੋ ਰਿਹਾ ਨਹੀਂ ਜਾਵੇਗਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਇਹ ਤਾਂ ਦੁਨਿਆਵੀ ਰਸਮ ਨੇ, ਜਿਹੜਾ ਆਇਆ ਉਹਨੂੰ ਜਾਣਾ ਹੀ ਪਵੇਗਾ। ਇੰਨੀ ਗੱਲ ਨੂੰ ਕਹਿ ਕੇ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਜਾਣ ਦੀ ਤਿਆਰੀ ਕਰਵਾਈ। ਆਪਣੇ ਕੋਲ ਭਾਈ ਸਧਾਰਨ ਨੂੰ ਸੱਦਿਆ। ਕਹਿਣ ਲੱਗੇ, ਭਾਈ ਸਧਾਰਨ ਜੀ ਹੁਣ ਸਾਡੇ ਜਾਣ ਦੀ ਤਿਆਰੀ ਹੈ, ਜਿਹੜੇ ਕਮਰੇ ਦੇ ਵਿੱਚ ਜਿਹੜੀ ਜਗ੍ਹਾ ਤੇ ਅਸੀਂ ਬਿਰਾਜਦੇ ਹਾਂ ਉੱਥੇ ਜਾ ਕਰਕੇ ਚੰਗੀ ਤਰ੍ਹਾਂ ਲੇਪਣ ਕਰਕੇ ਸਫਾਈ ਕਰ ਦਿਓ। ਭਾਈ ਸਧਾਰਨ ਜੀ ਜਾ ਕਰਕੇ ਜਗ੍ਹਾ ਦੇ ਉੱਪਰ ਲੇਪ ਕਰਦੇ ਹੋਏ ਅੱਖਾਂ ਦੇ ਵਿੱਚੋਂ ਵਿਰਾਗ ਭਰੇ ਹੰਝੂ ਸੁੱਟ ਰਹੇ ਨੇ। ਬੜੇ ਪ੍ਰੇਮ ਦੇ ਨਾਲ ਸਾਰੇ ਕਮਰੇ ਦੀ ਜਗ੍ਹਾ ਦੀ ਸਫਾਈ ਕੀਤੀ। ਫਿਰ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆਇਆ। ਸੱਚੇ ਪਾਤਸ਼ਾਹ ਜੀਆਂ ਨੇ 2 ਚਿੱਟੇ ਵਸਤਰ ਦਿੱਤੇ,
ਮਹਾਰਾਜ ਜੀਆਂ ਨੇ ਕਿਹਾ ਇਹਨਾਂ ਨੂੰ ਧੋ ਕਰਕੇ ਸੁੱਚੇ ਕਰਕੇ ਸਾਡੇ ਕੋਲ ਲਿਆਓ। ਮਹਾਰਾਜ ਜੀਆਂ ਦੇ ਕੋਲ ਲਿਆਂਦੇ। ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਕੋਲ ਬਸਤਰ ਰੱਖੇ। ਅਗਲਾ ਦਿਨ ਚੜ੍ਹਿਆ। ਸੱਚੇ ਪਾਤਸ਼ਾਹ ਜੀ ਅੱਸੂ ਵਦੀ ਦਸਵੀਂ ਅੱਜ ਦਾ ਜੋ ਦਿਨ ਹੈ, ਸੱਚੇ ਪਾਤਸ਼ਾਹ ਜੀਆਂ ਨੇ ਆਸਾ ਦੀ ਵਾਰ ਦਾ ਕੀਰਤਨ ਆਪ ਕੀਤਾ। ਵਿਰਾਗ ਦੇ ਵਿੱਚ ਆ ਕੇ ਬੜਾ ਸੋਹਣੀ ਆਵਾਜ਼ ਦੇ ਵਿੱਚ ਮਨ ਇਕਾਗਰ ਕਰਕੇ ਕੀਰਤਨ ਕੀਤਾ। ਸਾਰੇ ਹੀ ਸਿੱਖ ਬੜੇ ਵਿਰਾਗ ਦੇ ਵਿੱਚ ਆਏ। ਫਿਰ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ ਦੇ ਉੱਪਰ ਜਾ ਕਰਕੇ ਜਿੱਥੇ ਲੇਪਨ ਕੀਤਾ, ਸਫਾਈ ਕੀਤੀ, ਜਾ ਕੇ ਲੇਟੇ। ਆਪਣੇ ਸਰੀਰ ਦੇ ਉੱਪਰ ਬਸਤਰ ਧਾਰਨ ਕਰਨ ਲੱਗੇ ਨੇ। ਮਹਾਰਾਜ ਜੀਆਂ ਨੇ ਹੁਕਮ ਕੀਤਾ, ਜਾ ਕੇ ਸਾਡੇ ਦੋਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀਆਂ ਨੂੰ ਬੁਲਾ ਲਿਆਓ। ਭਾਈ ਸਧਾਰਨ ਜੀ ਗਏ ਬੜੀ ਛੇਤੀ ਨਾਲ, ਪਰ ਬਾਬਾ ਸ਼੍ਰੀ ਚੰਦ ਜੀ ਅਜੇ ਗੁਰੂ ਨੂੰ ਜਾਣਦੇ ਨਹੀਂ ਸਨ। ਮਨ ਦੇ ਵਿੱਚ ਕ੍ਰੋਧ ਵੀ ਸੀ ਕਿ ਗੱਦੀ ਤਾਂ ਗੁਰੂ ਅੰਗਦ ਨੂੰ ਦੇ ਦਿੱਤੀ, ਅਸੀਂ ਕੀ ਕਰੀਏ ਜਾ ਕੇ। ਇਸ ਤਰ੍ਹਾਂ ਦੇ ਬਚਨ ਕਹਿ ਕੇ ਭਾਈ ਸਧਾਰਨ ਨੂੰ ਵਾਪਸ ਮੋੜ ਦਿੱਤਾ। ਫਿਰ ਮਾਤਾ ਸੁਲੱਖਣੀ ਜੀ ਕੋਲ ਆਏ। ਜਦੋਂ ਪਤਾ ਲੱਗਾ ਪੁੱਤਰਾਂ ਨੇ ਇਵੇਂ ਕਿਹਾ, ਆ ਕਰਕੇ ਸਾਈਂ ਦੇ ਸਿਰ ਦੇ ਉੱਪਰ ਚਰਨਾਂ ਦੇ ਉੱਪਰ ਸਿਰ ਰੱਖ ਕੇ ਬੜੇ ਵਿਰਾਗ ਦੇ ਬਚਨ ਕਰਦੇ ਹਨ। ਸੱਚੇ ਪਾਤਸ਼ਾਹ ਜੀਆਂ ਨੇ ਉਸ ਵੇਲੇ ਮਾਤਾ ਸੁਲੱਖਣੀ ਜੀਆਂ ਨੇ ਕਿਹਾ, ਸਾਈਂ ਜੀ ਤੁਹਾਡੇ ਦੇ ਕੋਲੋਂ ਮੈਂ ਕੁਝ ਮੰਗਿਆ ਨਹੀਂ, ਅੱਜ ਮੰਗਦੀ ਹਾਂ। ਇੱਕ ਵਾਰ ਫੇਰ ਤੁਸੀਂ ਹੁਕਮ ਕਰਕੇ ਭੇਜੋ, ਦੋਵੇਂ ਸ਼ਹਿਜ਼ਾਦੇ ਤੁਹਾਡੇ ਕੋਲ ਆਉਣ। ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਫੇਰ ਇੱਕ ਸੇਵਕ ਨੂੰ ਭੇਜਿਆ ਕਿ ਜਾ ਕਰਕੇ ਕਿਉਂ ਕਿ ਤੁਹਾਡੀ ਮਾਤਾ ਨੇ ਸੱਦਾ ਭੇਜਿਆ ਏ। ਜਦੋਂ ਸੇਵਕ ਨੇ ਜਾ ਕੇ ਕਿਹਾ ਵੀ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਮਾਤਾ ਨੇ ਸੱਦਾ ਭੇਜਿਆ, ਤੁਹਾਡੇ ਪਿਤਾ ਜੀ ਅੱਜ ਸਰੀਰ ਤਿਆਗਣ ਲੱਗੇ ਨੇ। ਜਦੋਂ ਇੰਨੀ ਗੱਲ ਸੁਣੀ ਕਿ ਮਾਤਾ ਨੇ ਜੋ ਕਿਹਾ ਸੱਚ ਹੋਵੇਗਾ, ਕਾਲੀ ਦੇ ਨਾਲ ਦੋਵੇਂ ਪੁੱਤਰ ਬਾਬਾ ਸ਼੍ਰੀ ਚੰਦ ਜੀ, ਲਖਮੀ ਦਾਸ ਜੀ ਭੱਜਦੇ ਹੋਏ ਸਾਹਿਬਾਂ ਦੇ ਕੋਲ ਗਏ। ਪਰ ਇੰਨੇ ਸਮੇਂ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸਰੀਰ ਦੇ ਉੱਪਰ ਚਾਦਰ ਧਾਰਨ ਕਰਕੇ ਸਰੀਰ ਤਿਆਗ ਦਿੱਤਾ ਸੀ। ਪਰ ਫਿਰ ਜਦੋਂ ਦੋਵਾਂ ਪੁੱਤਰਾਂ ਨੇ ਆ ਕੇ ਵਿਰਾਗ ਦੇ ਵਿੱਚ, ਕਿਉਂਕਿ ਹੁਣ ਅੰਦਰ ਜਾਣ ਗਏ ਸਨ ਵੀ ਸੱਚੇ ਪਾਤਸ਼ਾਹ ਜੀ ਅਸੀਂ ਹੰਕਾਰ ਦੇ ਵਿੱਚ ਰਹੇ, ਅਸੀਂ ਸਮਝਿਆ ਕਿ ਖੌਰੇ ਤੁਸੀਂ ਮਜ਼ਾਕ ਕਰਦੇ ਹੋ, ਏਡੀ ਛੇਤੀ ਸਰੀਰ ਕਿਵੇਂ ਛੱਡਿਆ ਜਾਵੇ। ਪਰ ਸੱਚੇ ਪਾਤਸ਼ਾਹ ਜੀ ਹੁਣ ਸਾਨੂੰ 2 ਘੜੀਆਂ ਆ ਕੇ ਦਰਸ਼ਨ ਦੇਵੋ। ਜਦੋਂ ਵਿਰਾਗ ਦੇ ਵਿੱਚ ਆ ਕੇ ਅੰਦਰੋਂ ਹਉਮੈ ਮਰੀ, ਵਿਰਾਗ ਦੇ ਵਿੱਚ ਆ ਕੇ ਧਾਹਾਂ ਮਾਰੀਆਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਆਪਣੇ ਸਰੀਰ ਦੇ ਵਿੱਚ ਆਪ ਪ੍ਰਵੇਸ਼ ਕੀਤਾ। ਮਹਾਰਾਜ ਜੀ ਉੱਠ ਖੜੇ ਹੋਏ। ਬਾਬਾ ਸ਼੍ਰੀ ਚੰਦ ਜੀਆਂ ਨੂੰ ਕਹਿਣ ਲੱਗੇ, ਤੁਸੀਂ 2 ਘੜੀਆਂ ਦਾ ਸਮਾਂ ਮੰਗਿਆ ਸੀ ਕਿ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ, ਹੁਣ 2 ਘੜੀਆਂ ਦਾ ਸਮਾਂ ਹੀ ਸਾਡੇ ਕੋਲ ਹੈ। 2 ਘੜੀਆਂ ਦੇ ਬਾਅਦ ਅਸੀਂ ਫੇਰ ਚਲੇ ਜਾਵਾਂਗੇ। 2 ਘੜੀਆਂ ਤੱਕ ਬਾਬਾ ਸ਼੍ਰੀ ਚੰਦ ਜੀਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਤੁਸੀਂ ਗੱਦੀ ਗੁਰੂ ਅੰਗਦ ਪਾਤਸ਼ਾਹ ਨੂੰ ਦਿੱਤੀ ਅਸੀਂ ਕ੍ਰੋਧ ਵਿੱਚ ਆਏ, ਪਰ ਸੱਚੇ ਪਾਤਸ਼ਾਹ ਤੁਹਾਡੇ ਪੁੱਤਰ ਹਾਂ, ਕਿੱਧਰ ਜਾਵਾਂਗੇ, ਕੋਈ ਵੀ ਸਾਡਾ ਸਤਿਕਾਰ ਨਹੀਂ ਕਰੇਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸ਼੍ਰੀ ਚੰਦ ਜੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ, ਕੁਲਾਂ ਨੇ, ਜਿੰਨੀ ਦੁਨੀਆ ਤੱਕ ਮੇਰਾ ਨਾਮ ਰਹੇਗਾ, ਮੇਰੇ ਨਾਮ ਦੇ ਨਾਲ ਬਾਬਾ ਸ਼੍ਰੀ ਚੰਦ ਜੀ, ਲਖਮੀ ਦਾਸ ਜੀ ਤੁਹਾਡਾ ਨਾਮ ਵੀ ਇਸ ਜਗਤ ਦੇ ਵਿੱਚ ਸਦਾ ਕਾਇਮ ਰਹੇਗਾ। ਤੁਹਾਡੀ ਵੀ ਉਨੀ ਵਡਿਆਈ ਹੋਵੇਗੀ ਜਿੰਨੀ ਵਡਿਆਈ ਮੇਰੀ ਇਸ ਜਗਤ ਦੇ ਵਿੱਚ ਹੁੰਦੀ। ਐਸੇ ਵਰ ਦਿੱਤੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਹਾਡੇ ਦਰ ਦੇ ਜਿਹੜੇ ਕੂਕਰ ਹਨ ਉਹਨਾਂ ਕੂਕਰਾਂ ਦੇ ਵਿੱਚ ਵੀ ਅਥਾਹ ਕਰਾਮਾਤ ਹੋਵੇਗੀ। ਤੁਹਾਡੇ ਦਰ ਦੇ ਉੱਪਰ ਵੀ ਦੁਨੀਆ ਆ ਕੇ ਝੁਕਿਆ ਕਰੇਗੀ। ਐਸੇ ਬੋਲ ਕਹਿ ਕੇ ਦੋਵਾਂ ਪੁੱਤਰਾਂ ਨੇ ਸਾਹਿਬਾਂ ਦੇ ਚਰਨਾਂ ਤੇ ਸੀਸ ਝੁਕਾਇਆ। ਮਾਤਾ ਸੁਲੱਖਣੀ ਜੀਆਂ ਨੇ ਸੀਸ ਝੁਕਾਇਆ ਤੇ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸਰੀਰ ਦੇ ਉੱਪਰ ਚਿੱਟੀਆਂ 2 ਚਾਦਰਾਂ ਨੂੰ ਲੈ ਕਰਕੇ ਫਿਰ ਆਪਣੀ ਜੋਤ ਨੂੰ ਜਾ ਕਰਕੇ ਸੱਚਖੰਡ ਦੇ ਵਿੱਚ ਬਰਾਜੇ ਨੇ। ਉਧਰ ਫਿਰ ਪਿੱਛੋਂ ਜਦੋਂ ਸੱਚੇ ਪਾਤਸ਼ਾਹ ਜੀਆਂ ਦੇ ਸੰਸਕਾਰ ਦੀ ਗੱਲ ਹੋਈ ਵੀ ਹੁਣ ਦੇਹ ਦਾ ਸੰਸਕਾਰ ਕਰਨਾ ਹੈ, ਹਿੰਦੂ ਕਹਿਣ ਲੱਗੇ ਅਸੀਂ ਸੰਸਕਾਰ ਕਰਾਂਗੇ।
ਮੁਸਲਮਾਨ ਕਹਿਣ ਲੱਗੇ, ਨਹੀਂ ਜੀ, ਸਾਡੇ ਧਰਮ ਦੇ ਵਿੱਚ ਦਫਨਾਉਂਦੇ ਨੇ, ਅਸੀਂ ਦਫਨਾਵਾਂਗੇ। ਤੇ ਇਦਾਂ ਝਗੜਾ ਕਰਦਿਆਂ ਬਾਹਰ ਗਏ। ਉਧਰ ਇੰਨੇ ਚਿਰ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਸਰੀਰ ਨੂੰ ਅਲੋਪ ਕਰਕੇ ਸਰੀਰ ਨੂੰ ਵੀ ਸੱਚਖੰਡ ਦੇ ਵਿੱਚ ਲੈ ਗਏ। ਪਿੱਛੇ ਕੇਵਲ 2 ਚਾਦਰਾਂ ਰਹਿ ਗਈਆਂ। ਜਦੋਂ ਆ ਕੇ ਵੇਖਿਆ ਕਿ ਸਰੀਰ ਤਾਂ ਹੈ ਨਹੀਂ, ਫਿਰ ਹਿੰਦੂ ਤੇ ਮੁਸਲਮਾਨ ਦੋਵਾਂ ਨੇ ਇੱਕ ਚਾਦਰ ਆਪਣੇ ਹੱਥ ਦੇ ਵਿੱਚ ਲਈ। ਹਿੰਦੂਆਂ ਨੇ ਚਾਦਰ ਦਾ ਸੰਸਕਾਰ ਕਰ ਦਿੱਤਾ ਤੇ ਮੁਸਲਮਾਨਾਂ ਨੇ ਇਸ ਚਾਦਰ ਨੂੰ ਦਫਨਾ ਦਿੱਤਾ। ਅੱਜ ਦੇ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਅਸੂ ਵਦੀ ਦਸਵੀਂ ਨੂੰ 1539 ਈਸਵੀ ਨੂੰ ਸੱਚਖੰਡ ਦੇ ਵਿੱਚ ਜਾ ਕਰਕੇ ਵਿਰਾਜੇ ਹਨ। ਸੱਚੇ ਪਾਤਸ਼ਾਹ ਜੀਆਂ ਦਾ ਜੋਤੀ ਜੋਤ ਦਿਵਸ ਹੈ। ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਨਮਸਕਾਰ। ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਬੇਨਤੀਆਂ ਕਰੀਏ, ਮਹਾਰਾਜ ਜੋ ਇਸ ਧਰਤੀ ਤੇ ਆ ਕਰਕੇ ਤੁਸੀਂ ਆਪਣਾ ਪੰਥ ਚਲਾਇਆ, ਉਹਦੇ ਸਾਨੂੰ ਅੱਗੇ ਦਾਸ ਬਣਾਇਆ ਏ। ਦਾਸਾਂ ਵਾਲੀ ਮੱਤ ਵੀ ਸਾਨੂੰ ਬਖਸ਼ਣੀ ਕਰੋ। ਸਾਡੇ ਅੰਦਰ ਸਿੱਖੀ ਦੀ ਟਹਿਲ ਭਾਵਨਾ ਵਸੀ ਰਵੇ। ਆਪਣੇ ਦਰ ਦੇ ਕੂਕਰ ਬਣਾਈ ਰੱਖਣਾ।